ਚਿਰ ਭਇਓ ਦਰਸ਼ਨ ਦੇਖੇ। ਉਠਤ ਸੁਖੀਆ ਬੈਠਤ ਸੁਖੀਆ, ਪਉ ਨਹੀਂ ਲਾਗੈ ਜਾਂ ਐਸੇ ਬੁਝੀਆ। ਰਾਖਾ ਏਕ ਹਮਾਰਾ ਸੁਆਮੀ, ਸਗਲ ਕਟਾ ਕਾ ਅੰਤਰ ਜਾਮੀ। ਰਾਖਾ ਏਕ ਹਮਾਰਾ ਸੁਆਮੀ, ਸਗਲ ਕਟਾ ਕਾ ਅੰਤਰ ਜਾਮੀ। ਸੋਇ ਅਚਿੰਤਾ ਜਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦਿਰੜਾਇਆ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦਿਰੜਾਇਆ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ, ਗਰੀਬ ਨਵਾਜ ਭਗਤ ਵਚਲ ਪਤਿਤ ਪਾਵਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਅੰਮ੍ਰਿਤਮਈ ਹਜ਼ੂਰੀ ਵਿਖੇ ਜੁੜ ਬੈਠੀ ਸਨਮਾਨ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ, ਗੁਰੂ ਸਾਹਿਬ ਜੀ ਦੀਆਂ ਬੇਅੰਤ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਹੋਈਆਂ ਹਨ। ਗੁਰੂ ਕੇ ਦਰਬਾਰ ਵਿਖੇ ਗੁਰਸੰਗਤ ਰੂਪ 'ਚ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਮਿਲਿਆ ਹੈ ਔਰ ਇਹਨਾਂ ਪਾਵਨ ਸੁਭਾਗੀਆਂ ਘੜੀਆਂ ਨੂੰ ਸਫਲ ਬਣਾਉਂਦੇ ਹੋਏ, ਸਕਾਰਤ ਬਣਾਉਂਦੇ ਹੋਏ ਇਲਾਹੀ ਅੰਮ੍ਰਿਤਮਈ ਧੁਰ ਕੀ ਸਾਚੀ ਬਾਣੀ ਦੇ ਸ਼ਬਦ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਿਆਰ ਔਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਸੁਭਾਗ ਘੜੀਆਂ ਸਫਲ ਬਣਾਈਆਂ ਹਨ। ਕੀਰਤਨ ਤੋਂ ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਵੱਲੋਂ ਸਲੋਕਾਂ ਦੇ ਰੂਪ ਦੇ ਵਿੱਚ ਜੋ ਬਚਨ ਸਾਨੂੰ ਬਖਸ਼ਿਸ਼ ਕੀਤੇ ਗਏ ਹਨ, ਤਿੰਨਾਂ ਦੀ ਵਿਚਾਰ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਅਦਬ ਸਹਿਤ, ਸਤਿਕਾਰ ਔਰ ਪਿਆਰ ਸਹਿਤ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਵੱਲੋਂ ਉਚਾਰਨ ਕੀਤੇ ਹੋਏ 87 ਸਲੋਕਾਂ ਤੱਕ ਦੀ ਵਿਚਾਰ ਪਿਛਲਿਆਂ ਦੀਵਾਨਾਂ 'ਚ ਆਪ ਜੀ ਨੇ ਲਗਾਤਾਰ ਸ਼ਰਵਣ ਕੀਤੀ ਹੈ।
ਔਰ ਇਸ ਤੋਂ ਅਗਲੇਰੇ ਬਚਨਾਂ ਦੀ ਵਿਚਾਰ ਦੀ ਸਾਂਝ ਅੱਜ ਦੇ ਦੀਵਾਨਾਂ 'ਚ ਆਪਾਂ ਪਾਵਾਂਗੇ। ਕੱਲ੍ਹ ਜਿੱਥੋਂ ਵਿਚਾਰ ਨੂੰ ਸੰਕੋਚਿਆ, ਭਗਤ ਕਬੀਰ ਸਾਹਿਬ ਜੀ 87 ਨੰਬਰ ਸ਼ਲੋਕ 'ਚ ਉਹਨਾਂ ਨੇ ਵਿਚਾਰ ਬਖਸ਼ਿਸ਼ ਕੀਤੇ ਕਿ ਜੀਵ ਪਰਮਾਤਮਾ ਨੂੰ ਪਾਉਣ ਦੇ ਲਈ ਮਾਲਕ ਦੀ ਇੱਕਮਿਕਤਾ ਦੇ ਲਈ ਯਤਨ ਕਰਦਾ ਹੈ, ਔਰ ਸਮਝ ਨਾ ਹੋਣ ਕਾਰਨ, ਅਗਿਆਨਤਾ ਕਾਰਨ ਜੀਵ ਦੀ ਜਿੰਨੀ ਦੌੜ ਹੈ ਉਹ ਬਾਹਰ ਮੁਖੀ ਦੌੜ ਹੁੰਦੀ ਹੈ। ਸੋਚਦਾ ਹੈ ਸ਼ਾਇਦ ਮਾਲਕ ਕਿਧਰੇ ਬਾਹਰ ਹੈ, ਸੋ ਉਸੇ ਤਰ੍ਹਾਂ ਦੇ ਉਹਦੇ ਬਾਹਰ ਮੁਖੀ ਯਤਨ। ਪਰ ਅਖੀਰ ਜਦੋਂ ਪਤਾ ਲੱਗਦਾ ਹੈ ਕਿ ਜਿਹਨੂੰ ਮੈਂ ਬਾਹਰੋਂ ਲੱਭ ਰਿਹਾ ਸੀ ਉਹ ਮੇਰੇ ਅੰਦਰ ਵਰਤ ਰਿਹਾ ਹੈ, ਹਿਰਦੇ ਰੂਪੀ ਘਰ 'ਚ ਹੈ, ਫਿਰ ਸਾਰੇ ਭਰਮ ਭੁਲੇਖੇ ਮੁੱਕ ਜਾਂਦੇ ਹਨ। ਕਿਉਂਕਿ ਇੱਕ ਹੈ ਪਦਾਰਥ, ਇੱਕ ਹੈ ਪਰਮਾਰਥ, ਇੱਕ ਹੈ ਧਨ, ਇੱਕ ਹੈ ਧਰਮ, ਅਕਾਲ ਪੁਰਖ ਦਾ ਨਾਮ। ਜੇ ਪਦਾਰਥ ਪ੍ਰਾਪਤ ਕਰਨੇ ਹਨ ਫਿਰ ਯਤਨ ਬਾਹਰ ਮੁਖੀ ਹੁੰਦਾ ਹੈ, ਕਿਉਂਕਿ ਧਨ ਚਾਹੀਦਾ ਹੈ, ਹੋਰ ਸੁੱਖ ਸਾਧਨ ਚਾਹੀਦੇ ਹਨ। ਇਹ ਬਾਹਰ ਦੀਆਂ ਬਾਹਰੀ ਚੀਜ਼ਾਂ ਹਨ ਜਿਨ੍ਹਾਂ ਦਾ ਸੰਬੰਧ ਵੀ ਸਾਡੇ ਬਾਹਰੀ ਜੀਵਨ ਦੇ ਨਾਲ, ਸਰੀਰਕ ਜੀਵਨ ਦੇ ਨਾਲ ਹੈ। ਇਹ ਬਾਹਰੋਂ ਮਿਲਦੀਆਂ ਹਨ। ਪਰ ਜੇ ਪਰਮਾਰਥ ਨੂੰ ਹਾਸਲ ਕਰਨਾ ਹੈ, ਧਰਮ ਨੂੰ ਹਾਸਲ ਕਰਨਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਮਿਲਾਪ, ਇੱਕ ਮਿਕਤਾ ਹਾਸਲ ਕਰਨੀ ਹੈ, ਉਹਦੇ ਲਈ ਅੰਤਰਮੁਖੀ ਹੋਣਾ ਪੈਂਦਾ ਹੈ। ਧਿਆਨ ਨੂੰ, ਸੁਰਤ ਨੂੰ, ਬਿਰਤੀ ਨੂੰ ਅੰਦਰ ਟਿਕਾਉਣਾ ਹੈ। ਗੁਰੂ ਮਹਾਰਾਜ ਨੇ ਬਾਣੀ 'ਚ ਇਹਦੇ ਬਾਰੇ ਬਹੁਤ ਪ੍ਰਮਾਣ ਦੇ ਕੇ ਤੇ ਸਾਨੂੰ ਸਮਝਾਇਆ ਵੀ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸ਼ਰਾਮ। ਵਾਹਿਗੁਰੂ ਦਾ ਨਾਮ ਅੰਦਰ ਹੈ। ਇਹ ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਤੂੰ ਬਾਹਰ ਵਸਤ ਨਾ ਭਾਲ। ਨਿਧਾਨ ਦਾ ਮਤਲਬ ਹੈ ਖਜ਼ਾਨਾ। ਇੱਕ ਸ਼ਬਦ ਹੈ ਨਿਦਾਨ, ਦੱਦੇ ਦੇ ਨਾਲ, ਉਹਦਾ ਭਾਵ ਹੈ ਕਮਜ਼ੋਰ। ਇੱਕ ਸ਼ਬਦ ਹੈ ਨਿਧਾਨ, ਧੱਦੇ ਦੇ ਨਾਲ, ਉਹਦਾ ਮਤਲਬ ਹੈ ਖਜ਼ਾਨਾ। ਮਹਾਰਾਜ ਕਹਿੰਦੇ ਉਹ ਖਜ਼ਾਨਾ ਤੇਰੇ ਅੰਦਰ ਹੈ। ਇਹ ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਤੂੰ ਬਾਹਰ ਵਸਤ ਨਾ ਭਾਲ। ਜਿਹੜਾ ਤੇਰੇ ਆਤਮਿਕ ਜੀਵਨ ਨੂੰ ਤ੍ਰਿਪਤ ਕਰਨ ਵਾਲਾ ਖਜ਼ਾਨਾ ਹੈ ਨਾ, ਉਹ ਤੇਰੇ ਅੰਦਰ ਹੈ। ਅੰਤਰਮੁਖੀ ਹੋ। ਅੰਤਰਮੁਖੀ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜੀਓ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਮਹਾਰਾਜ ਕਹਿੰਦੇ ਬਾਹਰ ਢੂੰਡਤ ਬਹੁਤ ਦੁੱਖ ਪਾਵੈ। ਜਿਉ ਅੰਦਰ ਦੇ ਆਤਮਿਕ ਆਨੰਦ ਦੇ ਖਜ਼ਾਨੇ ਨੂੰ ਅੰਦਰੋਂ ਭਾਲਣ ਦੀ ਬਜਾਏ, ਪਾਉਣ ਦੀ ਬਜਾਏ, ਤੂੰ ਬਾਹਰ ਦੇ ਯਤਨਾਂ 'ਚ ਲੱਗ ਗਿਆ, ਬਾਹਰ ਦੀ ਦੌੜ ਭੱਜ 'ਚ ਲੱਗ ਗਿਆ। ਦੁੱਖ ਤਾਂ ਪੱਲੇ ਪੈ ਸਕਦੇ ਨੇ, ਪਰੇਸ਼ਾਨੀਆਂ ਤੇ ਪੱਲੇ ਪੈ ਸਕਦੀਆਂ ਨੇ, ਪਰ ਉਹ ਆਤਮਿਕ ਆਨੰਦ, ਸਕੂਨ ਪ੍ਰਾਪਤ ਨਹੀਂ ਹੋ ਸਕਦਾ ਜਿਹਦੀ ਅੰਦਰ ਨੂੰ ਜ਼ਰੂਰਤ ਹੈ। ਉਹਦੇ ਲਈ ਅੰਤਰਮੁਖੀ ਹੋਣਾ ਪਵੇਗਾ। ਤੇ ਕਬੀਰ ਸਾਹਿਬ ਕਹਿੰਦੇ ਫਿਰ ਜਦੋਂ ਮਨੁੱਖ ਅੰਤਰਮੁਖੀ ਹੁੰਦਾ ਹੈ, ਪਹਿਲਾਂ ਬਾਹਰ ਭਟਕ ਲਿਆ, ਜਿਵੇਂ ਸਤਿਗੁਰੂ ਨੇ ਬਾਣੀ 'ਚ ਹਿਰਨ ਦੀ ਉਦਾਹਰਣ ਦਿੱਤੀ ਹੈ
ਕਿ ਕਸਤੂਰੀ ਦੀ ਸੁਗੰਧੀ ਹਿਰਨ ਨੂੰ ਪ੍ਰਭਾਵਿਤ ਕਰਦੀ ਹੈ, ਤੇ ਉਹ ਹਿਰਨ ਫਿਰ ਸੋਚਦਾ ਹੈ ਕਿ ਇਹ ਸੁਗੰਧੀ, ਇਹ ਸਮੈਲ ਸ਼ਾਇਦ ਕਿਧਰੋਂ ਬਾਹਰੋਂ ਆ ਰਹੀ ਹੈ। ਉਹ ਫਿਰ ਹਿਰਨ ਬਾਹਰ ਨੂੰ ਦੌੜਦਾ ਹੈ ਉਹ ਸੁਗੰਧੀ ਨੂੰ ਪ੍ਰਾਪਤ ਕਰਨ ਦੇ ਲਈ, ਕਿ ਜਿਹੜਾ ਸੁਗੰਧੀ ਦਾ ਕੇਂਦਰ ਹੈ ਮੈਂ ਉੱਥੋਂ ਤੱਕ ਪਹੁੰਚ ਜਾਵਾਂ ਜਿੱਥੋਂ ਇਹ ਖੁਸ਼ਬੂ ਉੱਠਦੀ ਪਈ ਹੈ। ਤੇ ਦੌੜਦਿਆਂ ਦੌੜਦਿਆਂ ਉਹ ਥੱਕ ਜਾਂਦਾ ਹੈ, ਸਾਹੋ ਸਾਈ ਹੋ ਜਾਂਦਾ, ਪਰ ਉਹ ਸੁਗੰਧੀ ਦੇ ਕੇਂਦਰ ਤੱਕ ਪਹੁੰਚ ਨਹੀਂ ਪਾਉਂਦਾ। ਤੇ ਭੁੱਖਾ ਪਿਆਸਾ ਸਾਹੋ ਸਾਈ ਹੋਇਆ ਫਿਰ ਹਿਰਨ ਐਨ ਜਦੋਂ ਮਰਨ ਦੇ ਕਿਨਾਰੇ ਤੇ ਪਹੁੰਚ ਜਾਂਦਾ ਹੈ, ਕਸਤੂਰੀ ਦੀ ਸੁਗੰਧੀ ਉਹਨੂੰ ਬੇਹਾਲ ਕਰ ਦਿੰਦੀ ਹੈ। ਉਹ ਐਨ ਮਰਨ ਦੇ ਕਿਨਾਰੇ ਜਦੋਂ ਪਹੁੰਚਦਾ ਹੈ ਤੇ ਫਿਰ ਉਹਦੀ ਜੋ ਗਰਦਨ ਹੈ ਉਹ ਮੁੜਦੀ ਹੈ, ਤੇ ਉਹ ਗਰਦਨ ਮੁੜ ਕੇ ਉਹਦਾ ਜੋ ਮੂੰਹ ਹੈ, ਨੱਕ ਹੈ, ਉਹਦੀ ਨਾਭੀ ਦੇ ਨੇੜੇ ਆਉਂਦਾ ਹੈ। ਫਿਰ ਉਹਨੂੰ ਪਤਾ ਲੱਗਦਾ ਕਿ ਜਿਹੜੀ ਸੁਗੰਧੀ ਹਾਸਲ ਕਰਨ ਦੇ ਲਈ ਮੈਂ ਬਾਹਰ ਭਟਕ ਰਿਹਾ ਸਾਂ, ਉਹ ਸੁਗੰਧੀ ਕਿਤੋਂ ਬਾਹਰੋਂ ਨਹੀਂ ਸੀ ਆਉਂਦੀ ਪਈ, ਉਹ ਤੇ ਮੇਰੇ ਅੰਦਰ, ਮੇਰੀ ਨਾਭੀ 'ਚੋਂ ਉਹ ਸੁਗੰਧੀ ਉੱਠਦੀ ਪਈ ਸੀ, ਮੇਰੇ ਅੰਦਰ ਹੀ ਉਹ ਸੁਗੰਧੀ ਸੀ। ਪਰ ਪਤਾ ਕਦੋਂ ਲੱਗਿਆ? ਜਦੋਂ ਐਨ ਜ਼ਿੰਦਗੀ ਦੀ ਖੇਡ ਅਖੀਰਲੇ ਸਵਾਸਾਂ 'ਤੇ ਪਹੁੰਚ ਗਏ। ਔਰ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਮਨੁੱਖ ਦੇ ਨਾਲ ਹੁੰਦਾ ਹੈ। ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡਾਂਡ ਮੂੰਡ ਮੈਂ ਲਾਗੈ। ਪਹਿਲਾਂ ਜਾਂ ਤਾਂ ਬੰਦਾ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ, ਜਾਂ ਸਮਝ ਕੇ ਵੀ ਨਾ ਸਮਝ ਬਣਿਆ ਰਹਿੰਦਾ ਹੈ। ਸੋ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਸੋਈ ਫਿਰਕੈ ਤੂੰ ਭਇਆ ਜਾਂ ਕੋ ਕਹਿਤਾ ਔਰ। ਹੁਣ ਕਹਿੰਦੇ ਕਬੀਰ ਉਹੀ ਬਣ ਗਿਆ ਹੈ ਜਿਹਨੂੰ ਪਹਿਲਾਂ ਸਮਝਦਾ ਸੀ ਮੇਰੇ ਤੋਂ ਵੱਖਰਾ ਹੈ, ਸ਼ਾਇਦ ਮੈਂ ਵੱਖਰਾ ਹਾਂ, ਰੱਬ ਵੱਖਰਾ ਹੈ। ਪਰ ਹੁਣ ਪਤਾ ਲੱਗ ਗਿਆ ਕਿ ਮੈਂ ਵੱਖਰਾ ਨਹੀਂ ਹਾਂ, ਮੈਂ ਰੱਬ ਹੀ ਹਾਂ। ਰੱਬ ਮੇਰੇ ਹੀ ਅੰਦਰ ਬੈਠਾ ਹੈ, ਅੰਦਰ ਵੀ ਉਹ ਹੈ, ਬਾਹਰ ਵੀ ਉਹ ਹੈ। ਅਸਲ ਦੇ ਵਿੱਚ ਜੀਵ ਪਰਮਾਤਮਾ ਤੋਂ ਵੱਖ ਨਹੀਂ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼, ਪਰ ਇੱਕ ਭਰਮ ਦਾ ਪਰਦਾ ਹੈ, ਅਗਿਆਨਤਾ ਦਾ ਜਾਂ ਹਉਮੈ ਦਾ ਪਰਦਾ, ਜਿਸ ਕਰਕੇ ਬੰਦਾ ਉਹ ਜਿਹੜੀ ਸੱਚਾਈ ਹੈ, ਬਰੀਕੀ ਹੈ, ਉਹਨੂੰ ਸਮਝ ਨਹੀਂ ਪਾਉਂਦਾ, ਮਹਿਸੂਸ ਨਹੀਂ ਕਰ ਪਾਉਂਦਾ ਹੈ। ਕਬੀਰ ਸਾਹਿਬ ਜੀ ਇੱਦੋਂ ਅੱਗੇ ਅੱਜ 88 ਨੰਬਰ ਸ਼ਲੋਕ 'ਚ ਮਾੜੀ ਸੰਗਤ ਦੇ ਕੀ ਨੁਕਸਾਨ ਹਨ ਉਹ ਸਾਨੂੰ ਸਮਝਾ ਰਹੇ ਨੇ। ਉਹਨਾਂ ਨੇ ਉਦਾਹਰਣ ਦਿੱਤੀ ਹੈ ਇੱਕ ਤਾਂ ਕਿ ਸਾਨੂੰ ਗੱਲ ਚੰਗੀ ਤਰ੍ਹਾਂ ਸਮਝ ਦੇ ਵਿੱਚ ਆਵੇ। ਬਾਣੀ 'ਚ ਕਈ ਤਰੀਕੇ ਵਰਤੇ ਗਏ ਹਨ ਸਾਨੂੰ ਸਮਝਾਉਣ ਦੇ। ਸਵਾਲ ਜਵਾਬ ਦਾ ਤਰੀਕਾ ਵੀ ਵਰਤਿਆ ਗਿਆ ਹੈ। ਆਪੇ ਸਤਿਗੁਰੂ ਇੱਕ ਪੰਕਤੀ 'ਚ ਸਵਾਲ ਕਰਦੇ ਹਨ, ਦੂਜੀ ਪੰਕਤੀ 'ਚ ਉਹਦਾ ਉੱਤਰ ਦਿੰਦੇ ਹਨ। ਜਿਵੇਂ ਆਪਾਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਇਹ ਸਵਾਲ ਹੈ। ਫਿਰ ਇਦੋਂ ਬਾਅਦ ਅਗਲੀ ਪੰਕਤੀ 'ਚ ਉਹਦਾ ਉੱਤਰ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਬਾਣੀ 'ਚ ਬੜੀਆਂ ਥਾਵਾਂ 'ਤੇ ਇਹ ਤਰੀਕਾ ਅਪਣਾਇਆ ਗਿਆ ਹੈ ਸਾਨੂੰ ਸਮਝਾਉਣ ਦਾ। ਇਸੇ ਤਰ੍ਹਾਂ ਪੁਰਾਤਨ ਗਾਥਾਵਾਂ ਦੇ ਦ੍ਰਿਸ਼ਟਾਂਤ ਦੇ ਕੇ ਵਿਚਾਰਾਂ ਸਮਝਾਈਆਂ ਗਈਆਂ ਕਿ ਬੰਦਾ ਸਮਝ ਜਾਵੇ। ਅਨੇਕਾਂ ਪੁਰਾਤਨ ਸਨਾਤਨ ਮਤ ਦੇ ਨਾਲ ਸੰਬੰਧਿਤ ਦੇਵੀ ਦੇਵਤਿਆਂ ਦੀਆਂ ਉਦਾਹਰਨਾਂ ਜੋ ਲੋਕ ਜਾਣਦੇ ਸਨ, ਜੋ ਲੋਕਾਂ ਦੇ ਰੋਜ਼ ਵਿਹਾਰ ਦੇ ਨਾਲ ਸੰਬੰਧਿਤ ਚੀਜ਼ਾਂ ਸਨ, ਉਹਨਾਂ ਦੀਆਂ ਉਦਾਹਰਨਾਂ ਲੈ ਲੈ ਕੇ ਗੁਰੂ ਮਹਾਰਾਜ ਨੇ ਸਮਝਾਇਆ। ਕੋਈ ਜ਼ਿਮੀਂਦਾਰ ਸਤਿਗੁਰਾਂ ਦੇ ਸਾਹਮਣੇ ਹੈ, ਉਹਨੂੰ ਮਹਾਰਾਜ ਜ਼ਿਮੀਂਦਾਰ ਨੂੰ ਜ਼ਿਮੀਂਦਾਰੀ ਦੇ, ਕਿਸਾਨੀ ਦੇ ਆਧਾਰ 'ਤੇ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ ਕਿ ਉਹਨੂੰ ਗੱਲ ਸਮਝ 'ਚ ਆਵੇ। ਕੋਈ ਨੌਕਰੀ ਕਰਨ ਵਾਲਾ, ਉਹਨੂੰ ਸਤਿਗੁਰੂ ਉਸੇ ਤਰ੍ਹਾਂ ਸਮਝਾਉਂਦੇ। ਕੋਈ ਦੁਕਾਨਦਾਰੀ ਕਰਨ ਵਾਲਾ ਦੁਕਾਨਦਾਰ ਹੈ, ਉਹਦੇ ਲਈ ਮਹਾਰਾਜ ਨੇ ਬਿਲਕੁਲ ਉਸੇ ਤਰ੍ਹਾਂ ਦੇ ਦ੍ਰਿਸ਼ਟਾਂਤ ਵਰਤੇ ਕਿ ਬੰਦਾ ਸਮਝ ਜਾਵੇ। ਕਿਉਂਕਿ ਜਦੋਂ ਸਾਡੇ ਹੀ ਕਿੱਤੇ ਦੇ ਨਾਲ ਸੰਬੰਧਿਤ, ਪ੍ਰੋਫੈਸ਼ਨ ਦੇ ਨਾਲ ਸੰਬੰਧਿਤ ਉਦਾਹਰਣ ਦੇ ਕੇ ਸਮਝਾਇਆ ਜਾਂਦਾ ਹੈ, ਜਿਹਦੇ ਨਾਲ ਆਪਾਂ ਰੋਜ਼ ਵਰਤਦੇ ਪਏ ਹਾਂ, ਉਹ ਚੀਜ਼ਾਂ ਤੋਂ ਫਿਰ ਸਾਨੂੰ ਜਰਾ ਗੱਲ ਜਲਦੀ ਸਮਝ ਦੇ ਵਿੱਚ ਆਉਂਦੀ ਹੈ। ਸੋ ਬਾਣੀ 'ਚ ਇੱਦਾਂ ਬਹੁਤ ਤਰੀਕੇ ਵਰਤੇ ਗਏ ਨੇ। ਮੂਲ ਰੂਪ ਦੇ ਵਿੱਚ ਗੱਲ ਹੈ ਸਾਨੂੰ ਸਮਝਾਉਣ ਦੀ ਕਿ ਅਸੀਂ ਸਮਝ ਜਾਈਏ, ਸੁਧਰ ਜਾਈਏ।
ਕਬੀਰ ਸਾਹਿਬ ਜੀ ਇੱਥੇ ਉਦਾਹਰਣ ਦਿੰਦੇ ਹਨ। ਕਬੀਰ ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ। ਕੁਸੰਗਤ 'ਚ ਫਸ ਕੇ, ਮਾੜੀ ਸੰਗਤ 'ਚ ਫਸ ਕੇ, ਤੇ ਕਬੀਰ ਸਾਹਿਬ ਕਹਿੰਦੇ ਬੰਦਾ ਬਹੁਤ ਆਪਣਾ ਨੁਕਸਾਨ ਕਰਵਾ ਬੈਂਦਾ ਹੈ ਮਾੜੀ ਸੰਗਤ 'ਚ। ਉਹਨਾਂ ਨੇ ਉਦਾਹਰਣ ਦਿੱਤੀ, ਕੇਲੇ ਨਿਕਟ ਜੋ ਬੇਰ। ਇੱਕ ਪਾਸੇ ਬੇਰੀ ਦਾ ਦਰਖਤ ਹੈ ਜਿਹਦੇ ਲੰਬੇ ਲੰਬੇ ਕੰਡੇ ਨੇ, ਸੂਲਾਂ ਹਨ। ਇੱਕ ਉਹਦੇ ਲਾਗੇ ਕੇਲੇ ਦਾ ਪੌਦਾ ਉੱਗਿਆ ਹੋਇਆ ਹੈ। ਤੇ ਮਹਾਰਾਜ ਕਹਿੰਦੇ ਵੇਖੋ, ਉਹ ਝੂਲਾ ਉਹ ਚੀਰੀ ਹੈ, ਸਾਕਤ ਸੰਗ ਨਾ ਹੇਰ। ਹਵਾ ਚੱਲਦੀ ਹੈ, ਬੇਰੀ ਦੇ ਦਰਖਤ ਦੇ ਟਾਹਣੇ ਹਿੱਲਦੇ ਹਨ, ਤੇ ਉਹ ਜਿਹੜੇ ਉਹਦੇ 'ਚ ਕੰਡੇ ਹਨ ਉਹ ਕੀ ਕਰਦੇ ਨੇ, ਕੇਲੇ ਦੇ ਪੱਤਿਆਂ ਨੂੰ ਚੀਰ ਸੁੱਟਦੇ ਹਨ। ਕੇਲਾ ਹੁਣ ਚੀਰਿਆ ਗਿਆ, ਉਹਦੇ ਪੱਤੇ ਚੀਰੇ ਗਏ। ਕਾਰਨ ਕੀ ਸੀ? ਉਹ ਸੂਲਾਂ ਵਾਲੇ ਬੇਰੀ ਦੇ ਦਰਖਤ ਦੇ ਨੇੜੇ ਸੀ। ਬਸ ਉਹਦੀ ਸੰਗਤ ਕਰਕੇ, ਉਹਦੇ ਨੇੜੇ ਹੋਣ ਕਰਕੇ ਹੀ ਉਹਨੂੰ ਇਹ ਕੁਝ ਭੋਗਣਾ ਪਿਆ, ਇਹ ਕੁਝ ਹੰਡਾਉਣਾ ਪਿਆ। ਤੇ ਮਹਾਰਾਜ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਸਾਕਤ ਦਾ ਜਦੋਂ ਮਨੁੱਖ ਸੰਗ ਕਰਦਾ ਹੈ, ਮਾੜੇ ਬੰਦੇ ਦੀ ਜਦੋਂ ਕੋਈ ਬਹਿਣੀ ਬਹਿੰਦਾ ਹੈ, ਤੇ ਉਹ ਮਾੜੀ ਸੰਗਤ ਦੇ ਕੋਲ ਬਹਿਣ ਦਾ ਵੀ ਦੂਜੇ ਨੂੰ ਨੁਕਸਾਨ ਸਹਿਣਾ ਪੈਂਦਾ ਹੈ। ਕਿਉਂਕਿ ਮਾੜੀ ਸੰਗਤ ਕਰ ਰਿਹਾ ਹੈ ਤੇ ਮਾੜੀ ਸੰਗਤ ਦਾ ਪ੍ਰਭਾਵ ਇਹਦੇ ਤੇ ਪੈਂਦਾ ਹੈ। ਨਾ ਵੀ ਕੋਈ ਪ੍ਰਭਾਵ ਪਵੇ ਸਮਾਜ ਅੰਦਰ, ਉਹ ਬੰਦਾ ਵੀ ਉਸੇ ਤਰ੍ਹਾਂ ਦਾ ਗਿਣਿਆ ਜਾਂਦਾ ਹੈ ਜਿਹੜਾ ਜਿੱਦਾਂ ਦੀ ਸੰਗਤ ਕਰ ਰਿਹਾ ਹੈ। ਜੇ ਚਾਰ ਮਾੜੇ ਬੰਦੇ ਬੈਠੇ ਨੇ, ਇੱਕ ਵਿੱਚ ਚੰਗਾ ਵੀ ਬੈਠੇ ਹੋਵੇਗਾ, ਲੋਕ ਉਹਨੂੰ ਵੀ ਉਸੇ ਤਰ੍ਹਾਂ ਗਿਣਦੇ ਹਨ, ਕਿਉਂਕਿ ਉਹ ਮਾੜਿਆਂ ਦੀ ਬਹਿਣੀ ਬੈਠਾ। ਇੱਕ ਬੜੀ ਪਿਆਰੀ ਗਾਥਾ ਵੀ ਹੈ ਕਿ ਜ਼ਿਮੀਂਦਾਰ ਨੇ ਫਸਲ ਬੀਜੀ, ਤੇ ਹੁਣ ਜਦੋਂ ਫਸਲ ਬੀਜੀ ਤੇ ਬਹੁਤ ਸਾਰੇ ਪੰਛੀ ਉਹ ਫਸਲ ਦੇ ਦਾਣੇ ਚੁਗਣ ਦੇ ਲਈ ਖੇਤ 'ਚ ਪਹੁੰਚ ਗਏ। ਜ਼ਿਮੀਂਦਾਰ ਦੇ ਬੀਜੇ ਹੋਏ ਦਾਣੇ ਉਹ ਚੁਣਦੇ ਹਨ। ਜ਼ਿਮੀਂਦਾਰ ਨੇ ਕੀ ਕੀਤਾ, ਜਾਲ ਪਾਇਆ ਪੰਛੀਆਂ ਨੂੰ ਪਕੜਨ ਦੇ ਲਈ, ਤੇ ਜਾਲ ਦੇ ਵਿੱਚ ਪੰਛੀ ਫੜੇ ਗਏ। ਉਹਨਾਂ ਦੇ ਵਿੱਚ ਇੱਕ ਸਾਰਸ ਪੰਛੀ ਵੀ ਸੀ। ਹੁਣ ਇਹ ਜਿਹੜਾ ਸਾਰਸ ਪੰਛੀ ਹੈ, ਇਹਦੀ ਖੁਰਾਕ ਹੈ ਬਗਲੇ ਦੀ ਤਰ੍ਹਾਂ ਪਾਣੀ 'ਚ ਰਹਿਣ ਵਾਲੇ ਜੀਵ, ਮੱਛੀਆਂ, ਡੱਡੀਆਂ ਆਦਿਕ ਇਹ ਖਾਂਦਾ, ਇਹ ਉਹਦੀ ਖੁਰਾਕ। ਜ਼ਿਮੀਂਦਾਰ ਨੇ ਪਾਇਆ ਜਾਲ, ਪੰਛੀ ਪਕੜ ਲਏ, ਤੇ ਉਹਦੇ 'ਚ ਸਾਰਸ ਵੀ ਪਕੜਿਆ ਗਿਆ। ਉਹ ਹੁਣ ਕਹਿੰਦੇ ਜਦੋਂ ਪਕੜੇ ਹੋਏ ਪੰਛੀਆਂ ਨੂੰ ਜ਼ਿਮੀਂਦਾਰ ਮਾਰਨ ਲੱਗਾ ਹੈ, ਤੇ ਇਹਨੇ ਸਾਰਸ ਨੇ ਪੁਕਾਰ ਕਰਦਿਆਂ ਕਿਹਾ ਕਿ ਮੈਨੂੰ ਨਾ ਮਾਰੋ, ਮੈਨੂੰ ਨਾ ਮਾਰੋ, ਕਿਉਂਕਿ ਮੈਂ ਤੁਹਾਡੀ ਫਸਲ ਦਾ ਨੁਕਸਾਨ ਨਹੀਂ ਸੀ ਕਰ ਰਿਹਾ, ਤੁਹਾਡੇ ਬੀਜੇ ਹੋਏ ਦਾਣੇ ਮੈਂ ਨਹੀਂ ਸੀ ਖਾਂਦਾ ਪਿਆ, ਕਿਉਂਕਿ ਮੇਰੀ ਤੇ ਖੁਰਾਕ ਹੀ ਨਹੀਂ ਹਨ ਇਹ ਦਾਣੇ, ਮੇਰੀ ਇਹ ਖੁਰਾਕ ਹੀ ਨਹੀਂ ਹਨ ਦਾਣੇ। ਮੈਂ ਤੇ ਕੇਵਲ ਇਹਨਾਂ ਪੰਛੀਆਂ ਦੇ ਨਾਲ ਖੇਡਣ ਦੇ ਲਈ ਇੱਥੇ ਪਹੁੰਚ ਗਿਆ ਸੀ, ਕੇਵਲ ਖੇਡਣ ਦੇ ਲਈ। ਤੇ ਅੱਗੋਂ ਜ਼ਿਮੀਂਦਾਰ ਕਹਿਣ ਲੱਗਾ, ਭਾਵੇਂ ਤੂੰ ਮੇਰੇ ਖੇਤ ਦੇ ਵਿੱਚੋਂ ਦਾਣੇ ਚੋਰੀ ਨਹੀਂ ਸੀ ਕਰ ਰਿਹਾ, ਪਰ ਕਿਉਂਕਿ ਤੂੰ ਚੋਰਾਂ ਦੀ ਸੰਗਤ ਤੇ ਕਰ ਰਿਹਾ ਸੀ, ਇਸ ਕਰਕੇ ਤੂੰ ਵੀ ਚੋਰਾਂ ਦੇ ਨਾਲ ਚੋਰ ਹੀ ਗਿਣਿਆ ਜਾਏਗਾ, ਚੋਰਾਂ ਦੇ ਨਾਲ ਚੋਰ ਹੀ ਗਿਣਿਆ ਜਾਏਗਾ। ਇਹੀ ਆ ਕਬੀਰ ਸਾਹਿਬ ਕਹਿੰਦੇ, ਮਾੜੀ ਸੰਗਤ ਦੇ ਵਿੱਚ ਜਦੋਂ ਬਹਿੰਦਾ ਹੈ ਤੇ ਫਿਰ ਇਹ ਵੀ ਮਾੜਾ ਹੀ ਗਿਣਿਆ ਜਾਂਦਾ ਹੈ। ਇਸ ਕਰਕੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਮਾਜ ਅੰਦਰ ਅਕਸ ਚੰਗਾ ਹੋਵੇ, ਪਰਸਨੈਲਿਟੀ ਇੱਕ ਚੰਗੇ ਮਨੁੱਖ ਦੇ ਰੂਪ ਦੇ ਵਿੱਚ ਜਾਣੀ ਜਾਵੇ, ਉਹਦੇ ਲਈ ਬਹੁਤ ਜ਼ਰੂਰੀ ਹੈ ਆਪਣੇ ਜੀਵਨ ਨੂੰ ਤੇ ਚੰਗਾ ਬਣਾਉਣਾ ਹੀ ਬਣਾਉਣਾ ਹੈ। ਸਾਡੀ ਸ਼ੋਭਤ, ਸਾਡੀ ਸੰਗਤ ਵੀ ਚੰਗਿਆਂ ਦੀ ਸੰਗਤ ਹੋਣੀ ਚਾਹੀਦੀ ਹੈ। ਨਹੀਂ ਤੇ ਕਬੀਰ ਸਾਹਿਬ ਕਹਿੰਦੇ ਕੇਲੇ ਦੇ ਦਰਖਤ ਵੱਲ ਵੇਖ ਲਵੋ, ਬੇਰੀ ਦੀ ਉਹ ਸੰਗਤ ਕਰਦਾ ਹੈ ਤੇ ਬੇਰੀ ਦੀ ਸੰਗਤ ਕਰਕੇ ਉਹ ਆਪ ਚੀਰਿਆ ਜਾਂਦਾ ਹੈ। ਸਾਕਤ ਦੀ ਸੰਗਤ ਕਰਨ ਵਾਲੇ ਦਾ ਵੀ ਇਹੀ ਹਾਲ ਹੁੰਦਾ ਹੈ। ਇਸ ਕਰਕੇ ਸਾਕਤ ਦੀ ਸੰਗਤ ਨਹੀਂ ਕਰਨੀ। ਇੱਕ ਜਗ੍ਹਾ ਹੋਰ ਕਬੀਰ ਸਾਹਿਬ ਨੇ ਆਪਣੇ ਸਲੋਕਾਂ ਰਾਹੀਂ ਹੀ ਸਾਨੂੰ ਸਮਝਾਇਆ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੋਂ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਿਛ ਲਾਗੈ ਦਾਗ। ਬਾਣੀ 'ਚ ਕਿੰਨੇ ਪ੍ਰਮਾਣ ਨੇ ਜਿਨ੍ਹਾਂ ਰਾਹੀਂ ਸਤਿਗੁਰੂ ਸਾਨੂੰ ਚੰਗੀ ਸੰਗਤ ਕਰਨ ਦੀ ਪ੍ਰੇਰਣਾ ਦਿੰਦੇ ਹਨ, ਸਤ ਸੰਗਤ ਦੇ ਧਾਰਨੀ ਬਣਨ ਦੀ ਪ੍ਰੇਰਣਾ ਦਿੰਦੇ ਹਨ। ਕੱਲ੍ਹ ਵੀ ਇੱਕ ਬਚਨ ਦੀ ਆਪਾਂ ਵਿਚਾਰ ਕੀਤੀ ਸੀ ਕਿ ਮਨ ਤੇ ਹੈ ਪੰਛੀ ਦੀ ਤਰ੍ਹਾਂ,
ਤੇ ਜਿੱਦਾਂ ਦੀ ਇਹ ਸੰਗਤ ਕਰਦਾ ਹੈ ਉਦਾਂ ਦਾ ਇਹਨੂੰ ਫਲ ਮਿਲਦਾ। ਜੇ ਸੰਗਤ ਚੰਗੀ ਹੋਏਗੀ ਚੰਗਾ ਫਲ ਭੋਗੇਗਾ, ਜੇ ਸੰਗਤ ਮਾੜੀ ਹੋਏਗੀ ਤੇ ਉਸੇ ਤਰ੍ਹਾਂ ਮਾੜਾ ਫਲ ਇਹਦੀ ਝੋਲੀ 'ਚ ਪਏਗਾ। ਤੇ ਜਦੋਂ ਫਲ ਸਾਨੂੰ ਭੋਗਣਾ ਪੈਂਦਾ ਉਦੋਂ ਆਪਾਂ ਇਤਰਾਜ਼ ਕਰਦੇ ਹਾਂ, ਜਦੋਂ ਬੀਜ ਬੀਜਦੇ ਹਾਂ ਉਦੋਂ ਨਹੀਂ ਸੋਚਦੇ ਕੀ ਬੀਜ ਰਹੇ ਹਾਂ। ਜਦੋਂ ਬੰਦਾ ਮਾੜਿਆਂ ਦੀ ਸੰਗਤ ਕਰ ਰਿਹਾ ਹੁੰਦਾ ਹੈ ਉਦੋਂ ਨਹੀਂ ਸੋਚਦਾ ਹੈ। ਗੁਰੂ ਇਸੇ ਕਰਕੇ ਕਹਿੰਦੇ ਦੇ ਲੰਮੀ ਨਦਰ ਨਿਹਾਲੀਐ, ਅੱਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲਾ ਸਜਾਏ। ਜੇ ਸਾਨੂੰ ਪਹਿਲਾਂ ਸਮਝ ਹੋਵੇ, ਸੂਝ ਬੂਝਤਾ ਹੋਵੇ ਤੇ ਫਿਰ ਬਾਅਦ 'ਚ ਪਛਤਾਉਣਾ ਨਹੀਂ ਪੈਂਦਾ। ਸੋ ਕਬੀਰ ਸਾਹਿਬ ਕਹਿੰਦੇ ਮਾੜੀ ਸੰਗਤ ਨਹੀਂ ਕਰਨੀ, ਉਹਦਾ ਨੁਕਸਾਨ ਹੀ ਨੁਕਸਾਨ ਹੈ। ਚੰਗੀ ਸੰਗਤ ਦੇ ਧਾਰਨੀ ਬਣੋ। ਇਸ ਤੋਂ ਅਗਲੇ ਸ਼ਲੋਕ 'ਚ ਕਬੀਰ ਸਾਹਿਬ ਫਰਮਾਨ ਕਰਦੇ ਹਨ, ਕਬੀਰ ਭਾਰ ਪਰਾਈ ਸਿਰ ਚਰੈ, ਚੱਲਿਓ ਚਾਹੇ ਬਾਟ। ਹੁਣ ਕਬੀਰ ਕਿਸੇ ਮਨੁੱਖ ਨੇ ਉੱਚੇ ਪਹਾੜੀ 'ਤੇ ਚੜ੍ਹਨਾ ਹੋਵੇ ਤੇ ਉੱਚੀ ਪਹਾੜੀ 'ਤੇ ਚੜ੍ਹਨਾ ਵੈਸੇ ਹੀ ਬੜਾ ਔਖਾ ਹੁੰਦਾ ਹੈ। ਜੇ ਅਸੀਂ ਮਾਨੋ ਸਧਾਰਨ ਕੋਈ 4-5 ਮੰਜ਼ਲੀ ਇਮਾਰਤ ਹੈ ਤੇ 5ਵੀਂ ਮੰਜ਼ਲ 'ਤੇ ਪੌੜੀਆਂ ਚੜ੍ਹ ਕੇ ਜਾਣਾ ਹੈ ਤੇ ਇੱਦਾਂ ਹੀ 5 ਮੰਜ਼ਲਾਂ ਦੀਆਂ ਪੌੜੀਆਂ ਚੜ੍ਹਨੀਆਂ ਔਖੀਆਂ ਹੁੰਦੀਆਂ ਨੇ। ਨਾਲ ਕੋਈ 20 ਕਿਲੋ ਭਾਰ ਸਿਰ 'ਤੇ ਹੋਵੇ ਤੇ ਫਿਰ ਚੜ੍ਹਨਾ ਕੋਈ ਸੌਖਾ ਥੋੜ੍ਹਾ ਹੈ, ਭਾਰ ਨਾਲ ਚੁੱਕ ਕੇ ਚੜ੍ਹਾਈ ਨੂੰ ਚੜ੍ਹਨਾ। ਭਗਤ ਕਬੀਰ ਸਾਹਿਬ ਕਹਿੰਦੇ ਇਹ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ, ਜੀਵਨ ਦਾ ਜਿਹੜਾ ਸਫ਼ਰ ਹੈ, ਇਹ ਸਮਝੋ ਔਕਟ ਘਾਟੀ ਹੈ, ਉੱਚੀ ਚੜ੍ਹਾਈ ਵਾਲੀ ਗੱਲ ਹੈ। ਬਿਠਾ ਕੇ ਰੱਖੋ ਭੈਣ ਜੀ ਪਲੀਜ਼। ਇਹ ਜਿਹੜਾ ਜ਼ਿੰਦਗੀ ਦਾ ਸਫ਼ਰ ਹੈ ਇਹ ਮਾਨੋ ਉੱਚੀ ਚੜ੍ਹਾਈ ਚੜ੍ਹਨ ਵਾਲੀ ਗੱਲ ਹੈ। ਤੇ ਹੁਣ ਇਹ ਚੜ੍ਹਾਈ ਚੜ੍ਹਨੀ ਬੜੀ ਔਖੀ ਹੈ। ਤੇ ਜੇ ਕੋਈ ਬੰਦਾ ਆਪਣੇ ਸਿਰ 'ਤੇ ਕੁਸੰਗਤ ਦਾ ਭਾਰ, ਦੂਜਿਆਂ ਦੀਆਂ ਨਿੰਦਿਆ ਚੁਗਲੀ ਦੀਆਂ ਪੰਡਾਂ ਨੂੰ ਸਿਰ 'ਤੇ ਰੱਖ ਕੇ ਚੱਲਣ ਲੱਗ ਜਾਏਗਾ ਤੇ ਫਿਰ ਤੇ ਭਾਰ ਹੋਰ ਵਧੇਗਾ। ਤੇ ਜਿਵੇਂ ਜਿਵੇਂ ਭਾਰ ਵੱਧਦਾ ਜਾਏਗਾ ਚੜ੍ਹਾਈ ਚੜ੍ਹਨੀ ਓਨੀ ਔਖੀ ਹੁੰਦੀ ਜਾਂਦੀ ਹੈ। ਬਲਕਿ ਚੜ੍ਹਾਈ ਕੀ, ਜੇ ਸਧਾਰਨ ਵੀ ਆਪਾਂ ਪੈਂਡਾ ਤੈਅ ਕਰਨਾ ਹੈ ਤੇ ਭਾਰ ਬਹੁਤਾ ਹੋਵੇ ਤੇ ਫਿਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮੰਜ਼ਲ ਤੇ ਜਾਣਾ ਔਖਾ ਹੋ ਜਾਂਦਾ ਹੈ ਜੇ ਭਾਰ ਵੱਧ ਹੋਵੇ। ਕਹਿੰਦੇ ਇੱਕ ਫਕੀਰ ਆਪਣੇ ਚੇਲਿਆਂ ਨੂੰ ਰੋਜ਼ ਉਹਨੇ ਸਮਝਾਉਣਾ ਕਿ ਚੰਗਿਆਈਆਂ ਨੂੰ ਧਾਰਨ ਕਰੋ ਤੇ ਬੁਰਾਈਆਂ ਨੂੰ ਛੱਡੋ, ਪਦਾਰਥਾਂ ਦੀ ਮੋਹ ਮਮਤਾ ਦਾ ਤਿਆਗ ਕਰੋ, ਇਹਨਾਂ ਨੇ ਸਾਥ ਨਹੀਂ ਦੇਣਾ। ਕਈ ਵਾਰ ਜਾਲ ਜਿੰਦ ਦਾ ਜੰਜਾਲ ਬਣਦੇ ਹਨ। ਪਰ ਕੁਝ ਸਮਝਦੇ ਸਨ, ਕੁਝ ਨਹੀਂ ਸਮਝਦੇ ਸਨ। ਮਹਾਤਮਾ ਨੇ ਇੱਕ ਦਿਨ ਗੱਲ ਸਮਝਾਉਣ ਦੇ ਲਈ ਕਿ ਜੇ ਮੰਜ਼ਿਲ 'ਤੇ ਪਹੁੰਚਣਾ ਹੋਵੇ ਨਾ ਤੇ ਭਾਰ ਜਿੰਨਾ ਘੱਟ ਤੋਂ ਘੱਟ ਹੋਵੇ ਓਨਾ ਹੀ ਬਿਹਤਰ ਹੁੰਦਾ ਹੈ। ਜਿੰਨਾ ਘੱਟ ਤੋਂ ਘੱਟ, ਅਕਸਰ ਅਸੀਂ ਵੀ ਕੀ ਹੁੰਦਾ ਹੈ, ਇੱਕ ਜਗ੍ਹਾ ਤੋਂ ਕਿਸੇ ਜਗ੍ਹਾ 'ਤੇ ਦੂਜੀ ਜਗ੍ਹਾ 'ਤੇ ਬੰਦੇ ਨੇ ਘੁੰਮਣ ਦੇ ਲਈ ਜਾਣਾ, ਕੋਈ 2-4 ਦਿਨਾਂ ਦੇ ਲਈ, ਤੇ ਅਸੀਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵੀ ਨਾਲ ਬੰਨ੍ਹ ਲੈਂਦੇ ਹਾਂ ਜਿਨ੍ਹਾਂ ਨੂੰ ਅਸੀਂ ਘਰ 'ਚ 2-2 ਸਾਲ ਨਹੀਂ ਵਰਤਿਆ ਹੁੰਦਾ ਹੈ। ਉਹ ਵੀ ਨਾਲ ਹੀ ਰੱਖ ਲਓ ਜੀ, ਲੋੜ ਪੈ ਜਾਏਗੀ, ਆਹ ਵੀ ਰੱਖ ਲਵੋ, ਉਹ ਵੀ ਰੱਖ ਲਵੋ। ਤੇ ਕਈ ਤੇ ਇੰਨਾ ਭਾਰ ਬੰਨ੍ਹ ਲੈਂਦੇ ਹਨ ਕਿ ਬਸ ਫਿਰ ਉਹ 'ਤੇ ਭਾਰ ਹੀ ਸੰਭਾਲਦੇ ਰਹਿ ਜਾਂਦੇ ਹਨ। ਜਿਵੇਂ ਸਰਦਾਰ ਨਰਿੰਦਰ ਸਿੰਘ ਕਪੂਰ ਲਿਖਦੇ ਹਨ ਕਿ ਕਈਆਂ ਨੂੰ ਇੱਦਾਂ ਉਹ ਭਾਰ ਬੰਨ੍ਹਦੇ ਹਨ, ਜਾਂ ਤੇ ਉਹ ਭਾਰ ਦੀਆਂ ਪੰਡਾਂ ਆਪਣੇ ਮੋਢਿਆਂ 'ਤੇ ਰੱਖ ਕੇ ਆਪ ਕੁੱਲੀਆਂ ਦੀ ਤਰ੍ਹਾਂ ਫਿਰਦੇ ਹਨ, ਤੇ ਜਾਂ ਉਹਨਾਂ ਦਾ ਵਾਹ ਵਾਸਤਾ ਬਸ ਕੁੱਲੀਆਂ ਦੇ ਨਾਲ ਹੀ ਪੈਂਦਾ ਹੈ ਜਿਨ੍ਹਾਂ ਨੇ ਬਹੁਤੀਆਂ ਪੰਡਾਂ ਬੰਨੀਆਂ ਹੁੰਦੀਆਂ ਹਨ। ਮਹਾਤਮਾ ਨੇ ਗੱਲ ਸਮਝਾਉਣ ਦੇ ਲਈ ਕਿ ਬੋਝ ਜਿੰਨਾ ਘੱਟ ਹੋਵੇ ਮੰਜ਼ਿਲ 'ਤੇ ਓਨਾ ਹੀ ਸੌਖਾ ਪਹੁੰਚਿਆ ਜਾ ਸਕਦਾ ਹੈ। ਉਹਨੇ ਆਪਣੇ ਚੇਲਿਆਂ ਨੂੰ 2 ਬੋਰੀਆਂ ਦਿੱਤੀਆਂ। ਇੱਕ ਦੀ ਬੋਰੀ 'ਚ ਐਨ ਸਮਾਨ ਭਰਿਆ ਪਿਆ, ਇੱਕ ਦੀ ਬੋਰੀ ਬਿਲਕੁਲ ਖਾਲੀ। ਦੋਵਾਂ ਨੂੰ ਇੱਕ ਮੰਜ਼ਿਲ ਮਿੱਥ ਦਿੱਤੀ ਗਈ ਕਿ ਇੱਥੇ ਤੁਸੀਂ ਪਹੁੰਚਣਾ ਹੈ। ਜਿਹੜਾ ਪਹਿਲਾਂ ਪਹੁੰਚ ਜਾਏਗਾ ਉਹਨੂੰ ਇਨਾਮ ਮਿਲੇਗਾ, ਸਨਮਾਨ ਮਿਲੇਗਾ। ਹੁਣ ਜਿਹਦਾ ਥੈਲਾ, ਜਿਹਦਾ ਬੈਗ, ਜਿਹਦੀ ਬੋਰੀ ਭਰੀ ਹੋਈ ਸੀ, ਉਹਨੂੰ ਮਹਾਤਮਾ ਕਹਿਣ ਲੱਗਾ ਤੈਨੂੰ ਰਸਤੇ 'ਚੋਂ ਕੋਈ ਚੀਜ਼ ਲੈਣ ਦੀ ਲੋੜ ਨਹੀਂ ਹੈ। ਜੋ ਜੋ ਰਸਤੇ 'ਤੇ ਤੇਰੀ ਜ਼ਰੂਰਤ ਦੀਆਂ ਚੀਜ਼ਾਂ ਨੇ ਸਾਰੀਆਂ ਇਹਦੇ ਵਿੱਚ ਮੌਜੂਦ ਹਨ, ਤੂੰ ਇਹਨਾਂ 'ਚੋਂ ਵਰਤਦੇ ਜਾਣਾ ਹੈ ਤੇ ਅੱਗੇ ਚੱਲਦੇ ਜਾਣਾ ਹੈ। ਦੂਜੇ ਨੂੰ ਕਿਹਾ ਤੇਰੀ ਬੋਰੀ ਖਾਲੀ ਹੈ, ਤੂੰ ਰਸਤੇ 'ਚੋਂ ਜੋ ਲੈਣਾ ਹੋਵੇਗਾ ਲੈ ਸਕਦਾ, ਜੋ ਬੋਰੀ 'ਚ ਪਾਉਣਾ ਪਾ ਸਕਦਾ ਹੈ।
ਦੋਵੇਂ ਚੱਲ ਪਏ ਮਿੱਥੇ ਹੋਏ ਟਾਰਗੇਟ ਵਾਲੇ ਪਾਸੇ। ਹੁਣ ਇੱਕ ਜਿਹਦੀ ਭਰੀ ਹੋਈ ਬੋਰੀ ਹੈ, ਉਹਨੂੰ ਰਸਤੇ 'ਚ ਕਿਸੇ ਚੀਜ਼ ਦੀ ਲੋੜ ਪੈਂਦੀ, ਉਹ ਆਪਣੇ ਥੈਲੇ 'ਚੋਂ ਬੋਰੀ 'ਚੋਂ ਸਮਾਨ ਉਹ ਵਸਤੂ ਕੱਢਦਾ ਹੈ, ਉਹਨੂੰ ਵਰਤ ਲੈਂਦਾ ਹੈ, ਬੋਰੀ ਦਾ ਭਾਰ ਘਟਦਾ ਜਾਂਦਾ ਹੈ। ਦੂਜੇ ਦੇ ਕੋਲ ਖਾਲੀ ਬੈਗ ਸੀ, ਬੋਰਾ ਸੀ, ਉਹਨੇ ਰਸਤੇ 'ਚ ਜਿਹੜੀ ਕੀਮਤੀ ਚੀਜ਼ ਵੇਖੀ ਮਿਲੀ ਉਹਨੂੰ ਬੋਰੇ 'ਚ ਪਾ ਲਿਆ, ਹੋਰ ਅੱਗੋਂ ਕੁਝ ਕੀਮਤੀ ਮਿਲਿਆ ਉਹ ਵੀ ਬੋਰੇ 'ਚ ਪਾ ਲਿਆ, ਅੱਗੋਂ ਹੋਰ ਮਿਲਿਆ ਉਹ ਵੀ ਬੋਰੇ 'ਚ ਪਾਉਂਦਾ ਗਿਆ। ਇੱਦਾਂ ਫਿਰ ਚੱਲਦਿਆਂ ਇੱਕ ਦਾ ਭਾਰ ਘਟਦਾ ਗਿਆ ਤੇ ਇੱਕ ਦਾ ਭਾਰ ਵੱਧਦਾ ਗਿਆ। ਜਿਹੜਾ ਭਾਰ ਲੈ ਕੇ ਚੱਲਿਆ ਸੀ ਉਹਨੂੰ ਪਹਿਲਾਂ ਤੇ ਠੀਕ ਹੈ, ਚੱਲਦਿਆਂ ਕੁਝ ਪਰੇਸ਼ਾਨੀ ਹੋਈ, ਪਰ ਜਿਵੇਂ ਜਿਵੇਂ ਭਾਰ ਹੌਲਾ ਹੁੰਦਾ ਗਿਆ ਚਾਲ ਉਹਦੀ ਤੇਜ਼ ਹੁੰਦੀ ਗਈ। ਦੂਜੇ ਪਾਸੇ ਜਿਹਦੇ ਕੋਲ ਖਾਲੀ ਥੈਲਾ ਸੀ ਉਹ ਜਿਵੇਂ ਜਿਵੇਂ ਚੱਲਦਾ ਗਿਆ ਭਾਰ ਵੱਧਦਾ ਗਿਆ ਤੇ ਉਹਦੀ ਜਿਹੜੀ ਸਪੀਡ ਸੀ ਉਹ ਸਲੋ ਹੁੰਦੀ ਗਈ। ਇੱਦਾਂ ਫਿਰ ਜਿਹੜਾ ਤੇ ਜਿਹਦਾ ਭਾਰ ਘਟਦਾ ਗਿਆ ਉਹ ਮੰਜ਼ਿਲ ਤੇ ਪਹੁੰਚ ਗਿਆ। ਜਿਹਨੇ ਆਪਣਾ ਥੈਲਾ ਬਹੁਤਾ ਭਰ ਲਿਆ ਉਹਨੇ ਇੰਨਾ ਭਰ ਲਿਆ ਕਿ ਉਹ ਫਿਰ ਮੰਜ਼ਿਲ ਤੱਕ ਪਹੁੰਚ ਹੀ ਨਹੀਂ ਸਕਿਆ, ਰਸਤੇ 'ਚ ਹੀ ਅਟਕਿਆ ਰਹਿ ਗਿਆ, ਕਿਉਂਕਿ ਭਾਰ ਹੀ ਇੰਨਾ ਜ਼ਿਆਦਾ ਵਧਾ ਲਿਆ ਸੀ। ਤੇ ਜਦੋਂ ਭਾਰ ਵੱਧ ਗਿਆ ਫਿਰ ਨਾ ਕੁਝ ਛੱਡਣ ਨੂੰ ਚਿੱਤ ਕਰੇ, ਨਾ ਅੱਗੇ ਚੱਲਿਆ ਜਾ ਸਕੇ, ਰਹਿ ਗਿਆ ਰਸਤੇ ਦੇ ਵਿੱਚ ਅਟਕਿਆ। ਹੁਣ ਮਹਾਰਾਜ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਜਿਹੜੇ ਤੇ ਜ਼ਿੰਦਗੀ 'ਚ ਭਾਰ ਵਧਾਈ ਜਾਂਦੇ ਉਹਦੀ ਵੀ ਨਿੰਦਿਆ ਕਰ ਲਵੋ, ਬੁਰਾਈਆਂ ਕਰ ਲਵੋ, ਵਿਸ਼ੇ ਵਿਕਾਰ ਪਾਪ ਕਮਾਈ ਜਾਵੋ ਤੇ ਭਾਰ ਵਧਾਈ ਜਾਵੋ ਤੇ ਵਧਾਈ ਜਾਵੋ, ਉਹ ਤਾਂ ਫਿਰ ਪਾਪਾਂ ਤੇ ਬੁਰਾਈਆਂ ਦੇ ਭਾਰ ਦੇ ਥੱਲੇ ਹੀ ਦੱਬੇ ਰਹਿ ਜਾਂਦੇ ਹਨ, ਉਹ ਕਿਸੇ ਮੰਜ਼ਿਲ ਤੇ ਪਹੁੰਚ ਹੀ ਨਹੀਂ ਪਾਉਂਦੇ ਹਨ। ਕਬੀਰ ਸਾਹਿਬ ਇਹੀ ਗੱਲ ਕਹਿ ਰਹੇ, ਕਬੀਰ ਭਾਰ ਪਰਾਈ ਸਿਰ ਚਰੈ ਚੱਲਿਓ ਚਾਹੇ ਬਾਟ। ਉਹ ਕਹਿੰਦੇ ਤੂੰ ਦੂਜਿਆਂ ਦੀ ਨਿੰਦਿਆ ਕਰ ਕਰਕੇ ਨਿੰਦਿਆ ਦਾ ਇੰਨਾ ਭਾਰ ਆਪਣੇ ਸਿਰ ਤੇ ਚੁੱਕ ਲਿਆ ਹੈ। ਰਸਤੇ ਤੇ ਤੂੰ ਚੱਲਣਾ ਚਾਹੁੰਦਾ ਹੈ, ਮੰਜ਼ਿਲ ਤੇ ਤੂੰ ਪਹੁੰਚਣਾ ਚਾਹੁੰਦਾ ਹੈ, ਪਰ ਕਿੱਦਾਂ ਪਹੁੰਚੇਗਾ? ਇੰਨਾ ਭਾਰ ਤੂੰ ਆਪਣੇ ਸਿਰ ਤੇ ਚੁੱਕਿਆ ਹੈ। ਇੱਕ ਤੇ ਐਕਸਟਰਾ ਭਾਰ ਸਿਰ ਤੇ ਚੁੱਕਿਆ ਹੈ, ਦੂਜੇ ਨੰਬਰ ਤੇ ਉਹ ਕਹਿੰਦੇ ਆਪਣੇ ਭਾਰੈ ਨਾ ਡਰੈ ਅੱਗੇ ਔਕਟ ਘਾਟ। ਇੱਕ ਤੇਰਾ ਆਪਣੇ ਪਾਪਾਂ ਦਾ ਭਾਰ, ਇੱਕ ਤੂੰ ਦੂਜਿਆਂ ਦੀ ਨਿੰਦਿਆ ਚੁਗਲੀ ਦਾ ਭਾਰ ਹੋਰ ਚੁੱਕ ਲਿਆ ਤੇ ਰਾਹ ਬੜਾ ਔਖਾ। ਤੇ ਇੱਦਾਂ ਦੱਸ ਤੂੰ ਮੰਜ਼ਿਲ ਤੇ ਕਿੱਦਾਂ ਪਹੁੰਚ ਸਕਦਾ? ਇੱਦਾਂ ਮੰਜ਼ਿਲ ਪ੍ਰਾਪਤ ਨਹੀਂ ਹੋਣੀ ਜੇ ਦਿਨੋਂ ਦਿਨ ਵਿਕਾਰਾਂ ਦਾ, ਬੁਰਾਈਆਂ ਦਾ, ਨਿੰਦਿਆ ਚੁਗਲੀ ਦਾ ਭਾਰ ਹੀ ਬੰਦਾ ਸਿਰ ਤੇ ਚੁੱਕਦਾ ਰਹੇ। ਭਾਈ ਗੁਰਦਾਸ ਸਾਹਿਬ ਕਹਿੰਦੇ ਵੇਖੋ ਇੱਥੇ ਸੰਪੂਰਨ ਤੇ ਕੇਵਲ ਇੱਕ ਅਕਾਲ ਪੁਰਖ ਹੈ ਜਿਹੜਾ ਪੂਰਾ ਹੈ, ਜਿਹਨੂੰ ਬਾਣੀ 'ਚ ਮਹਾਰਾਜ ਕਹਿੰਦੇ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ। ਪੂਰਾ ਕੇਵਲ ਇੱਕ ਅਕਾਲ ਪੁਰਖ ਤੇ ਉਹਦਾ ਨਾਂ ਪੂਰਾ। ਉਹਦੇ ਤੋਂ ਬਿਨਾਂ ਸੰਸਾਰ ਦੀ ਹਰ ਚੀਜ਼ ਅਧੂਰੀ ਹੈ ਤੇ ਪੂਰੇ ਵਾਲੇ ਪਾਸੇ ਹਰ ਚੀਜ਼ ਦਾ ਸਫ਼ਰ ਹੈ। ਜਦੋਂ ਪੂਰੇ ਤੱਕ ਆਪਾਂ ਪਹੁੰਚ ਗਏ ਤੇ ਸਮਝੋ ਅਸੀਂ ਵੀ ਪੂਰੇ ਹੋ ਗਏ। ਆਮ ਤੌਰ ਤੇ ਜਦੋਂ ਕੋਈ ਮਨੁੱਖ ਚੜ੍ਹਾਈ ਕਰਦਾ, ਕਿਸੇ ਦੀ ਮੌਤ ਹੁੰਦੀ ਹੈ ਤੇ ਸਧਾਰਨ ਸਾਡੀ ਪੇਂਡੂ ਭਾਸ਼ਾ ਦੇ ਵਿੱਚ ਕਹਿ ਦਿੱਤਾ ਜਾਂਦਾ ਹੈ ਜੀ ਪੂਰਾ ਹੋ ਗਿਆ ਹੈ, ਪੂਰਾ ਹੋ ਗਿਆ। ਪਰ ਬਾਣੀ 'ਚ ਮਹਾਰਾਜ ਕਹਿੰਦੇ ਪੂਰਾ ਨਹੀਂ ਹੋਇਆ। ਪੂਰਾ ਤੇ ਅਸਲ 'ਚ ਉਦਣ ਹੋਣਾ ਹੈ ਜਿੱਦਣ ਇਹ ਪੂਰੇ ਤੱਕ ਪਹੁੰਚ ਗਿਆ। ਤੇ ਜੇ ਇਹ ਪੂਰੇ ਤੱਕ ਪਹੁੰਚਿਆ ਹੀ ਨਹੀਂ, ਹਾਂ ਸਰੀਰ ਦਾ ਸਫ਼ਰ ਤਾਂ ਪੂਰਾ ਹੋ ਗਿਆ ਪਰ ਆਤਮਾ ਦਾ ਸਫ਼ਰ ਪੂਰਾ ਨਹੀਂ ਹੋਇਆ। ਤੇ ਜਦੋਂ ਆਤਮਾ ਆਪਣੀ ਮੰਜ਼ਿਲ ਤੇ ਨਹੀਂ ਪਹੁੰਚੀ, ਉਹਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਦੇ ਲਈ ਹੋ ਸਕਦਾ ਕਿਸੇ ਹੋਰ ਸਰੀਰ ਦਾ ਸਹਾਰਾ ਲੈਣਾ ਪਵੇ। ਜੇ ਫਿਰ ਵੀ ਮੰਜ਼ਿਲ ਤੇ ਨਾ ਪਹੁੰਚੀ ਤੇ ਫਿਰ ਹੋਰ ਸਰੀਰ। ਇਹੀ ਹੈ ਜਮ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ਼ ਲੰਮੇ। ਇੱਕ ਹੈ ਸਾਡੇ ਸਰੀਰ ਦੀ ਮੰਜ਼ਿਲ, ਇੱਕ ਹੈ ਸਾਡੀ ਆਤਮਾ ਦੀ ਮੰਜ਼ਿਲ। ਸਰੀਰ ਆਪਣੀ ਮੰਜ਼ਿਲ ਤੇ ਪਹੁੰਚੇ ਜੇ ਤੇ ਸਾਡੀ ਆਤਮਾ ਉਦੋਂ ਪਹਿਲਾਂ ਪਰਮਾਤਮਾ ਰੂਪੀ ਆਪਣੀ ਮੰਜ਼ਿਲ ਤੇ ਪਹੁੰਚ ਗਈ, ਫਿਰ ਤੇ ਸਾਡੀ ਜ਼ਿੰਦਗੀ ਦਾ ਸਫ਼ਰ ਹੈ ਪੂਰਾ ਸਫਲ। ਤੇ ਜੇ ਸਰੀਰ ਤੇ ਆਪਣੀ ਮੰਜ਼ਿਲ ਤੇ ਪਹੁੰਚ ਗਿਆ, ਸਰੀਰ ਦੀ ਮੰਜ਼ਿਲ ਕੀ ਸੀ? ਮਹਾਰਾਜ ਕਹਿੰਦੇ ਗੋਰ ਨਿਮਾਣੀ ਛੱਡ ਕਰੇ ਨਿਕਰਿਆ ਘਰ ਆਓ। ਸਰੀਰ ਦੀ ਮੰਜ਼ਿਲ ਤੇ ਕਬਰਸਤਾਨ ਜਾਂ ਸ਼ਮਸ਼ਾਨ ਘਾਟ ਹੀ ਆ, ਉੱਥੇ ਜਾ ਕੇ ਸਰੀਰ ਦਾ ਸਫ਼ਰ ਮੁੱਕਦਾ ਹੈ, ਮਿੱਟੀ 'ਚ ਮੁੱਕ ਜਾਂਦੀ ਹੈ।
ਹੁਣ ਸਰੀਰ ਤੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ, ਪਰ ਆਤਮਾ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਪਾਉਂਦੀ, ਤੇ ਉਹਦੇ ਲਈ ਫਿਰ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਕਿੰਨੀ ਭਟਕਣਾ ਆਤਮਾ ਦੀ ਚੱਲਦੀ ਰਹਿੰਦੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਐਵੇਂ ਪਾਪਾਂ ਦੀਆਂ ਪੰਡਾਂ ਨਾ ਆਪਣੇ ਸਿਰ ਤੇ ਚੁੱਕੋ, ਵਾਹਿਗੁਰੂ ਦੀ ਇਬਾਦਤ ਦਾ ਸਹਾਰਾ ਲੈ ਕੇ ਤੇ ਉਸ ਪੂਰੇ ਪਰਮਾਤਮਾ ਤੱਕ ਪਹੁੰਚੋ। ਭਾਈ ਗੁਰਦਾਸ ਸਾਹਿਬ ਕਹਿੰਦੇ ਹੁਣ ਪੂਰਾ ਪਰਮਾਤਮਾ ਹੈ ਬੰਦਾ, ਤੇ ਇੱਥੇ ਹਰ ਕੋਈ ਅਧੂਰਾ ਹੈ। ਹੁਣ ਸਾਡਾ ਕੀ ਫਰਜ਼ ਬਣਦਾ ਹੈ? ਭਾਈ ਸਾਹਿਬ ਕਹਿੰਦੇ ਦੂਜਿਆਂ ਦੇ ਗੁਣ ਵੇਖੋ, ਅਵਗੁਣ ਨਾ ਵੇਖੋ, ਗੁਣ ਵੇਖੋ। ਤੈਸੇ ਗੁਰ ਗਿਆਨ ਦਾਨ ਸਭਨ ਤੇ ਮੰਗ ਲੀਜੈ, ਬੰਦਨਾ ਸਕਲ ਭੂਤ ਨਿੰਦਾ ਨਾ ਚਿਤਾਰੀਐ। ਦੂਜੇ 'ਚ ਗੁਣ ਵੀ ਹਨ, ਅਵਗੁਣ ਵੀ ਹਨ। ਅਸੀਂ ਅਵਗੁਣਾਂ ਤੋਂ ਕੀ ਲੈਣਾ? ਆਪਾਂ ਗੁਣ ਲਈਏ ਤੇ ਗੁਣਾਂ ਦੇ ਨਾਲ ਆਪਣੇ ਜੀਵਨ ਨੂੰ ਸਵਾਰੀਏ। ਅਵਗੁਣਾਂ ਦਾ, ਨਿੰਦਿਆ ਚੁਗਲੀ, ਦੂਜਿਆਂ ਦੀਆਂ ਬੁਰਾਈਆਂ ਦਾ ਭਾਰ ਆਪਣੇ ਸਿਰ ਤੇ ਨਹੀਂ ਚੁੱਕਣਾ ਹੈ। ਅੱਗੇ ਕਬੀਰ ਸਾਹਿਬ ਫਰਮਾਨ ਕਰਦੇ, ਬਨ ਕੀ ਦਾਤੀ ਲਾਕਰੀ ਠਾਡੀ ਕਰੈ ਪੁਕਾਰ। ਉਹ ਕਹਿੰਦੇ ਜੰਗਲ ਦੀ ਸੜ ਰਹੀ ਲੱਕੜ ਪੁਕਾਰ ਕਰਦੀ ਹੈ। ਕੀ ਪੁਕਾਰ ਕਰਦੀ ਹੈ? ਕਿ ਮਤ ਬਸ ਪਰੂੰ ਲੋਹਾਰ ਕੇ ਜਾਰੈ ਦੂਜੀ ਬਾਰ, ਮਤਾਂ ਮੈਂ ਲੋਹਾਰ ਦੇ ਵਸ ਨਾ ਪੈ ਜਾਵਾਂ, ਉਹ ਮੈਨੂੰ ਫੇਰ ਨਾ ਸਾੜੇ। ਉਹ ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਜਿਵੇਂ ਕੋਲਾ ਤਿਆਰ ਕਰਨਾ ਹੁੰਦਾ ਹੈ, ਉਹਦੇ ਲਈ ਲੱਕੜ ਨੂੰ ਪਹਿਲਾਂ ਕੱਟ ਕੇ ਸੇਕ ਦੇ ਕੇ ਉਹਨੂੰ ਸਾੜ ਕੇ ਉਹ ਕੋਲਾ ਉਹਦਾ ਤਿਆਰ ਕੀਤਾ ਜਾਂਦਾ ਹੈ। ਉਹ ਫਿਰ ਕਹਿੰਦੇ ਮਾਨੋ ਸੜਦੀ ਲੱਕੜ ਪੁਕਾਰ ਕਰਦੀ ਹੈ ਕਿ ਦੁਬਾਰਾ ਫੇਰ ਨਾ ਮੈਂ ਲੋਹਾਰ ਦੇ ਵਸ ਪੈ ਜਾਵਾਂ, ਦੁਬਾਰਾ ਨਾ ਫੇਰ ਸੜਨਾ ਪਵੇ। ਇਸ ਦ੍ਰਿਸ਼ਟਾਂਤ ਦੇ ਰਾਹੀਂ ਭਗਤ ਕਬੀਰ ਸਾਹਿਬ ਕਹਿੰਦੇ ਇੱਕ ਤੇ ਬੰਦਾ ਨਿੰਦਿਆ ਚੁਗਲੀ ਦੀ ਅੱਗ ਦੇ ਵਿੱਚ ਸੜ ਰਿਹਾ ਹੁੰਦਾ ਹੈ, ਤੇ ਅੰਦਰ ਦੀ ਰੂਹ ਮਾਨੋ ਪੁਕਾਰ ਕਰਦੀ ਹੈ ਕਿ ਦੁਬਾਰਾ ਮਾੜੀ ਸੰਗਤ ਦੇ ਵਿੱਚ ਨਾ ਜਾ ਪਵਾਂ, ਤੇ ਦੁਬਾਰਾ ਫੇਰ ਨਾ ਸੜਨਾ ਪਵੇ, ਜਮਾਂ ਦੇ ਫਾਹੇ ਪੈ ਗਏ ਤੇ ਫੇਰ ਸੜਨਾ ਪਵੇਗਾ। ਅੱਗੇ ਕਬੀਰ ਸਾਹਿਬ ਫਰਮਾਨ ਕਰਦੇ ਹਨ, ਕਬੀਰ ਏਕ ਮਰਨ ਤੇ ਦੋਏ ਮੂਏ, ਦੋਏ ਮਰਨ ਤੇ ਚਾਰ। ਕਹਿੰਦੇ ਇੱਕ ਮਰਨ ਤੇ ਦੋ ਮਰ ਗਏ, ਤੇ ਦੋਵਾਂ ਦੇ ਮਰਨ ਤੇ ਚਾਰ। ਇਦੋਂ ਅਗਲੀਆਂ ਪੰਕਤੀਆਂ ਵੀ ਸ਼ਰਵਣ ਕਰੋ। ਚਾਰ ਮਰਨ ਤੇ ਛੇ ਮੂਏ, ਚਾਰ ਪੁਰਖ ਦੋਏ ਨਾਰ। ਇੱਕ ਦੇ ਮਰਨ ਤੇ ਕਹਿੰਦੇ ਦੋ ਮਰੇ, ਦੋਵਾਂ ਦੇ ਮਰਨ ਤੇ ਚਾਰ, ਤੇ ਚਾਰਾਂ ਦੇ ਮਰਨ ਤੇ ਛੇ ਮਰੇ, ਤੇ ਛੇ ਜਿਹੜੇ ਮਰੇ ਉਹਨਾਂ 'ਚ ਸਨ ਚਾਰ ਪੁਰਖ ਤੇ ਦੋ ਇਸਤਰੀਆਂ। ਹੁਣ ਇਹਦਾ ਭਾਵ ਕੀ ਹੈ? ਕਿਹੜੇ ਮਰਨ ਦੀ ਗੱਲ ਕਬੀਰ ਸਾਹਿਬ ਕਰ ਰਹੇ ਹਨ? ਇੱਕ ਮਰਨ ਦਾ ਪ੍ਰਥਮ ਭਾਵ ਹੈ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜੋ ਇਸ ਸ਼ਲੋਕ ਦੀ ਵਿਆਖਿਆ ਕੀਤੀ ਹੈ, ਉਹ ਇੱਕ ਮਰਨ ਦਾ ਭਾਵ ਕਰਦੇ ਹਨ ਮਨ ਦਾ ਮਰਨਾ। ਕਹਿੰਦੇ ਸਭ ਤੋਂ ਪਹਿਲਾਂ ਮਨ ਜਦੋਂ ਮਰਿਆ, ਹੁਣ ਕਿਉਂਕਿ ਸਾਰੀਆਂ ਬੁਰਾਈਆਂ ਦੀ ਜੜ ਤੇ ਮਨ ਹੀ ਹੈ, ਮਨ ਦੇ ਵਿੱਚ ਹੀ ਸੰਕਲਪ ਤੇ ਵਿਕਲਪ ਪੈਦਾ ਹੁੰਦੇ ਨੇ। ਮਨ ਅੰਦਰ ਹੀ ਦੂਜੇ ਦਾ ਨੁਕਸਾਨ ਕਰਨ ਦੀ ਵਿਚਾਰ ਪੈਦਾ ਹੁੰਦੀ ਹੈ, ਮਨ ਅੰਦਰ ਹੀ ਆਲਸ ਪੈਦਾ ਹੁੰਦਾ, ਮਨ ਅੰਦਰ ਹੀ ਬੇਈਮਾਨੀ ਪੈਦਾ ਹੁੰਦੀ ਹੈ। ਸਰੀਰ ਤਾਂ ਬਾਅਦ 'ਚ ਕਰਮ ਕਰਦਾ ਹੈ, ਫੁਰਨਾ ਤਾਂ ਪਹਿਲਾਂ ਮਨ 'ਚ ਬਣਦਾ ਹੈ। ਸੋ ਕਬੀਰ ਸਾਹਿਬ ਕਹਿੰਦੇ ਏਕ ਮਰਨ ਤੇ ਦੋਏ ਮੂਏ। ਪਹਿਲਾਂ ਕਹਿੰਦੇ ਜਦੋਂ ਮਨ ਮਰਿਆ, ਮਨ ਦੇ ਮਰਨ ਤੋਂ ਬਾਅਦ ਜਿਹੜਾ ਜਾਤ ਦਾ ਅਭਿਮਾਨ ਸੀ, ਹੰਕਾਰ ਸੀ, ਉਹ ਖਤਮ ਹੋਇਆ। ਜਿਹੜਾ ਮਨ ਅੰਦਰ ਬੜਾ ਹੰਕਾਰ ਸੀ ਕਿ ਮੈਂ ਬੜੀ ਉੱਚੀ ਜਾਤ ਵਾਲਾ ਹਾਂ, ਕਹਿੰਦੇ ਦੂਜੇ ਨੰਬਰ ਤੇ ਉਹ ਖਤਮ ਹੋਇਆ। ਇੱਕ ਮਨ ਦੇ ਮਰਨ ਤੇ ਦੂਜਾ ਜਾਤ ਦਾ ਹੰਕਾਰ ਖਤਮ ਹੋ ਗਿਆ। ਏਕ ਮਰਨ ਤੇ ਦੋਏ ਮੂਏ, ਮਨ ਮਰ ਗਿਆ, ਜਾਤ ਦਾ ਹੰਕਾਰ ਮੁੱਕਿਆ। ਉਦੋਂ ਬਾਅਦ ਦੋਏ ਮਰਨ ਤੇ ਚਾਰ। ਹੁਣ ਮਨ ਤੇ ਜਾਤ ਦਾ ਹੰਕਾਰ ਜਦੋਂ ਮੁੱਕਿਆ, ਫਿਰ ਤੀਜੇ ਨੰਬਰ ਤੇ ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਹਨ ਕਿ ਇਸ ਸ਼ਲੋਕ ਦੀ ਵਿਆਖਿਆ ਕਰਦਿਆਂ ਕਿ ਜਿਹੜਾ ਦੇਹ ਦਾ, ਸਰੀਰ ਦਾ, ਕਾਇਆ ਦਾ ਹੰਕਾਰ ਸੀ, ਭਾਵੇਂ ਇਹਦੀ ਸੁੰਦਰਤਾ ਦਾ, ਭਾਵੇਂ ਇਹਦੀ ਬਲਵਾਨਤਾ ਦਾ, ਤੀਜੇ ਨੰਬਰ ਤੇ ਉਹ ਦੇਹ ਦਾ ਹੰਕਾਰ ਖਤਮ ਹੋਇਆ। ਤੇ ਚੌਥੇ ਨੰਬਰ ਤੇ ਤ੍ਰਿਸ਼ਨਾ। ਏਕ ਮਰਨ ਤੇ ਦੋਏ ਮੂਏ, ਦੋਏ ਮਰਨ ਤੇ ਚਾਰ। ਮਨ ਮਰਿਆ, ਜਾਤ ਦਾ ਹੰਕਾਰ ਮਰਿਆ, ਕਾਇਆ ਦਾ ਹੰਕਾਰ ਮਰਿਆ, ਤ੍ਰਿਸ਼ਨਾ ਵਾਲੀ ਬਿਰਤੀ ਮਰ ਗਈ। ਇਹਦਾ ਚਾਰ ਚੀਜ਼ਾਂ ਖਤਮ ਹੋਈਆਂ।
फिर 4 मरण ते 6 मूए। 4 मरण तो बाद 2 होर मरे ते 6 मर गए। होर 2 किहड़े सन? एक कुसंगत वाली बिरती, एक निंदिया वाली बिरती। कुसंग ते निंदिया। इदां फिर कहिंदे ये 6 चीज़ां खत्म होईयां। 4 पुरख, 2 नार। 2 नार दा भाव तृष्णा ते निंदा, ये ते 2 हो गए इस्त्रीवाचक। मन, जात, अभिमान, देह दा हंकार ते कुसंग, ये हो गए 4 पुरख वाचक। 4 पुरख 2 नार। कहिंदे जदों गुरु के शब्द और परमात्मा दे नाम दी साधना दे रस्ते ते मनुख चलदा है, उदों फिर इहदे जीवन अंदर ये तब्दीलियां आउंदियां ने कि जिहड़े 6 तरह के ऐब इहदे अंदर बैठे सन वो खत्म हुंदे। मन दा बुराइयां वाला सुभाव मरदा है। जात अभिमान, देह अभिमान, तृष्णा, कुसंगत ते निंदिया वाली बिरती, इन्हां दा अंत हुंदा है। अगे कबीर साहब अगले श्लोक च सानू समझाउंदे हन। कबीर देख देख जग ढूंढिया, कहूँ ना पायो ठौर। कहते सारे पासे इस मन ने भटक लिया पर मन नू कोई टिकाणा नहीं मिलिया। जिन हर का नाम ना चेतियो, कहाँ भुलाने और। हुण कहते सारे पासे मन ने भटकिया पर मन नू टिकाणा ना मिलिया। मन दे भटकण दा कारण की सी? हर का नाम ना चेतियो, परमात्मा दा नाम इन्हें कदे चेते नहीं सी कीता ते नाम चेते ना करन करके ये होर पासे भटकदा रहा। जे ते रब जी दा नाम, गुरु दा उपदेश चेते कीता हुंदा फिर मन नू भटकण दी लोड़ नहीं सी। मन दे कोल टिकण दा टिकाणा गुरु दे चरण, वाहिगुरु दा नाम मौजूद सी। पर मन भटक रहा है। कारण की है? जिथे मन ने जुड़ना सी उस चीज़ दे नाल मन नहीं जुड़िया। गुरु के शब्द वाहिगुरु दे नाम दे नाल मन नू जोड़ के ते मन दी जो भटकना है ਉਹਨੂੰ ਖਤਮ करना है। इदा फिर कबीर साहब जी ये ਵੱਖ-ਵੱਖ ਸਲੋਕਾਂ ਦੇ ਰਾਹੀਂ ਸਾਨੂੰ ਗਿਆਨ ਉਪਦੇਸ਼ ਦੇ ਰਹੇ ਹਨ। ਮਨ ਦੀ ਵੀ ਗੱਲ ਕਰਦੇ ਨੇ, ਤਨ ਦੀ ਵੀ ਗੱਲ ਕਰਦੇ ਨੇ। ਮਨ ਅੰਦਰ ਬੈਠੀਆਂ ਹੋਈਆਂ ਬੁਰਾਈਆਂ ਵਿਕਾਰਾਂ ਦੀ ਗੱਲ ਵੀ ਕਰਦੇ ਹਨ ਤੇ ਨਾਲ ਦੀ ਨਾਲ ਤਨ ਕਰਕੇ ਆਪਾਂ ਉੱਤਮ ਸੰਗਤ ਦੇ, ਚੰਗੀ ਸੰਗਤ ਦੇ ਧਾਰਨੀ ਬਣਨਾ ਹੈ। ਉਹਦੀ ਪ੍ਰੇਰਣਾ ਵੀ ਕਬੀਰ ਸਾਹਿਬ ਜੀ ਨਾਲ ਦੀ ਨਾਲ ਸਾਡੀ ਝੋਲੀ 'ਚ ਪਾ ਰਹੇ ਨੇ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਇਹ ਪਾਵਨ ਪਵਿੱਤਰ ਬਾਣੀ ਦੇ ਜੋ ਉਪਦੇਸ਼ ਹਨ, ਕਬੀਰ ਸਾਹਿਬ ਜੀ ਦੇ ਜੋ ਉਪਦੇਸ਼ ਹਨ, ਸਾਡੇ ਹਿਰਦੇ 'ਚ ਵਸਣ। ਸੁਣ ਉਪਦੇਸ਼ ਹਿਰਦੇ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਗੁਰੂ ਕਿਰਪਾ ਕਰੇ ਜੁੜਿਆ ਹੋਇਆ ਬਾਣੀ ਨੂੰ ਪੜ੍ਹਿਆ, ਵਿਚਾਰਿਆ, ਗਾਵਿਆ, ਸੁਣਿਆ ਥਾਏ ਪਵੇ ਇਹ ਲੋਕ ਸੁਖੀਏ, परलोक सुहेले। नानक हर प्रभ आपे मेले। इन्नियां बेनतियां प्रवान करनियां, भुल्लां चुकां दी खिमा करनी। फतेह दी सांझ पाओ जी। वाहिगुरू जी का खालसा, वाहिगुरू जी की फतेह।